ਮਾਨਵਤਾ ਦਾ ਸਰਬ ਸਾਂਝਾ ਗੁਰੂ ਰਹਿਬਰ, ਸ਼ਬਦ ਗੁਰੂ ਅਵਤਾਰ ਗੁਰੂ ਗੱਦੀ ਤੇ ਵਿਰਾਜਮਾਨ, ਧੰਨ ਧੰਨ ਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਜੋ ਚਿਰਾਂ ਤੋਂ ਚੱਲ ਰਹੀ ਲੜੀਵਾਰ ਵਿਚਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ। ਅੱਜ ਉਹ ਦਿਨ ਦੇ ਦੁੱਖਾਂ ਕਲੇਸ਼ਾਂ ਕਾੜਿਆਂ ਸਾੜਿਆਂ ਰੋਗਾਂ ਸੋਗਾਂ ਫਿਕਰਾਂ ਚਿੰਤਾ ਵਿੱਚ ਡੁੱਬੇ ਹੋਏ ਹਾਂ, ਇਹਨਾਂ ਤੋਂ ਆਪਣਾ ਛੁਟਕਾਰਾ ਹੋ ਜਾਵੇ। ਨਾਲ ਦੇ ਨਾਲ ਚਮਾਂ ਦੀ ਮਾਰ ਤੋਂ ਵੀ ਬਚ ਸਕੀਏ। ਅੱਜ ਜੋ ਸੁਣਦੇ ਦੇਖਦੇ ਆਪਾਂ ਆ ਰਹੇ ਹਾਂ, 84 ਲੱਖ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਜੂਨੀਆਂ, ਇਹਨਾਂ ਤੋਂ ਵੀ ਆਪਣਾ ਬਚਾਅ ਹੋ ਜਾਵੇ। ਬਚਾਅ ਪਿਆਰੋ ਤਾਂ ਹੀ ਹੋ ਸਕਦਾ ਹੈ ਜੇ ਸਾਡੇ ਪੱਲੇ ਕੁਝ ਰੱਬੀ ਗੁਣ ਹੋਣਗੇ ਤਾਂ। ਰੱਬੀ ਗੁਣ ਮਿਲਣਗੇ ਕਿੱਥੋਂ? ਸਾਰ ਇੱਕ ਬਹੁਤ ਵੱਡਾ ਰੱਬੀ ਗੁਣ ਮਿਲਣਗੇ ਕਿੱਥੋਂ? ਰੱਬੀ ਗੁਣਾਂ ਦਾ ਇੱਕੋ ਹੀ ਟਿਕਾਣਾ ਹੈ ਪਿਆਰਿਓ, ਗੁਰੂ ਦਾ ਦਰ। ਗੁਰੂ ਦੇ ਦਰ ਤੋਂ ਰੱਬੀ ਗੁਣ ਪ੍ਰਾਪਤ ਹੁੰਦੇ ਨੇ। ਕਿਉਂ? ਗੁਰੂ ਜਿਹੜਾ ਉਪਦੇਸ਼ ਕਰਦਾ ਹੈ, ਜੀਵਨ ਮਾਰਗ ਸਾਨੂੰ ਦਿੰਦਾ ਹੈ, ਜੀਵਨ ਜਾਚ ਦੱਸਦਾ ਹੈ, ਤੇ ਗੁਰੂ ਪਿਆਰੋ ਇਕੱਲਾ ਤੇ ਬੋਲਦਾ ਨਹੀਂ। ਗੁਰੂ ਦੇ ਅੱਗੇ ਕੋਈ ਬੈਠਾ ਹੋ ਤੇ ਕਿਸੇ ਨੂੰ ਉਪਦੇਸ਼ ਦਿਓ ਨਾ। ਗੁਰੂ ਦੇ ਅੱਗੇ ਕੋਈ ਬੈਠਾ, ਸਾਹਮਣੇ ਬੈਠਾ ਹੋਊਗਾ, ਗੁਰੂ ਫੇਰ ਉਪਦੇਸ਼ ਦਿਓ ਉਹਨੂੰ। ਉਹ ਬੈਠਣ ਵਾਲੇ ਕੌਣ? ਜਿਹਨੂੰ ਅਸੀਂ ਸਤ ਸੰਗ ਕਹਿੰਦੇ, ਸਾਧ ਸੰਗਤ ਵੀ ਕਹਿੰਦੇ। ਇੱਥੇ ਆਣ ਕੇ ਕੁਝ ਕੁ ਸਾਡੇ ਹਉਮੈ ਟੁੱਟਦੀ ਹੈ, ਪਰ ਸਾਰਿਆਂ ਦੀ ਨਹੀਂ ਟੁੱਟਦੀ। ਇਹ ਗੱਲ ਯਾਦ ਰੱਖਣ ਵਾਲੀ ਹੈ। ਗੁਰੂ ਘਰ ਅਸੀਂ 11 ਵਾਰੀ ਆਈਏ, ਰੋਜ਼ 100 ਵਾਰ ਆਈਏ, ਭਾਵੇਂ ਪਾਤਸ਼ਾਹ ਕਹਿੰਦੇ ਗੁਰੂ ਦੀ ਗੱਲ ਨੂੰ ਸੁਣਾਂਗੇ, ਗੁਰੂ ਦੀ ਗੱਲ ਨੂੰ ਮੰਨਾਂਗੇ, ਤਾਂ ਜਾ ਕੇ ਸਾਡੇ ਜੀਵਨ ਵਿੱਚ ਕੁਝ ਨਾ ਕੁਝ ਫਰਕ ਪੈਣਾ ਹੈ, ਜੀਵਨ ਬਦਲਾਵ ਆਉਣਾ ਹੈ। ਸਤਸੰਗ ਜਿਹੜੀ ਗੱਲ ਗੁਰੂ ਸਾਨੂੰ ਦ੍ਰਿੜਾਉਂਦਾ ਹੈ, ਪੱਕੀ ਕਰਾਉਂਦਾ ਹੈ, ਤੇ ਫਿਰ ਸਤਸੰਗੀ ਆਪਸ ਵਿੱਚ ਵਿਚਾਰਾਂ ਕਰਦੇ, ਉਹ ਗੱਲ ਦ੍ਰਿੜ ਹੋ ਜਾਂਦੀ, ਉਹ ਗੱਲ ਪੱਕ ਜਾਂਦੀ। ਜਦੋਂ ਪੱਕ ਜਾਂਦੀ ਮਨ ਦੇ ਅੰਦਰ, ਤਾਂ ਫਿਰ ਉਸ ਨੂੰ ਕਮਾਉਣ ਦਾ ਯਤਨ ਵੀ ਜੀਵ ਕਰਦਾ ਹੈ। ਜਿਵੇਂ ਜਿਵੇਂ ਯਤਨ ਕਰਦਾ, ਆਪਣੇ ਯਤਨ ਵਿੱਚ ਕਾਮ ਹੋ ਜਾਂਦਾ, ਕਾਮਯਾਬ ਹੋ ਜਾਂਦਾ ਹੈ। ਕਈ ਵਾਰ ਯਤਨ ਕਰਦਿਆਂ ਕਰਦਿਆਂ ਕੁਝ ਨਾ ਪ੍ਰਾਪਤ ਹੋਵੇ ਤਾਂ ਮਨ ਵੀ ਟੁੱਟ ਜਾਂਦਾ ਵੀ ਗੱਲ ਨਾਲ, ਕਹਿੰਦੇ ਕੁਝ ਪ੍ਰਾਪਤ ਹੋਇਆ ਹੀ ਨਹੀਂ, ਛੱਡੋ ਪਰੇ, ਕੀ ਹੈ ਧਰਮ? ਕੁਝ ਵੀ ਧਰਮ ਨਹੀਂ, ਨਾਸਤਕ ਹੋ ਜਾਂਦਾ ਬੰਦਾ।
ਤੇ ਕਈ ਵਾਰ ਕੀ ਹੁੰਦਾ ਹੈ, ਅਭਿਆਸ ਕਰਦਿਆਂ ਕੁਝ ਜੀਵਨ ਦੇ ਹੁਲਾਰੇ ਆਉਂਦੇ ਆ, ਨਸ਼ਾ ਆਉਂਦਾ, ਥੋੜਾ ਜਿਹਾ ਕੁਝ ਸਰੂਰ ਆਉਂਦਾ ਹੈ। ਉਹ ਸਰੂਰ ਦੇ ਨਾਲ ਜੁੜਦਿਆਂ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜੀਵ, ਮਨੁੱਖ ਖਾਸ ਕਰਕੇ। ਜਿਹੜੇ ਰਸ ਨਾਲ ਆਨੰਦ ਆਇਆ, ਉਹ ਰਸ ਹੁਣ ਸਦਾ ਚਾਹੁੰਦਾ ਹੈ। ਜਿਵੇਂ ਜਿਵੇਂ ਗੁਰੂ ਦੀਆਂ ਗੱਲਾਂ ਨਾਲ, ਗੁਰੂ ਦੀਆਂ ਵਡਿਆਈਆਂ ਦੇ ਨਾਲ, ਗੁਰੂ ਦੀ ਸ਼ੋਭਾ ਦੇ ਨਾਲ ਜੁੜਦਾ ਹੈ, ਤਿਵੇਂ ਤਿਵੇਂ ਮਨ ਵਿੱਚ ਚਾਅ ਪੈਦਾ ਹੁੰਦਾ। ਜਿਵੇਂ ਜਿਵੇਂ ਚਾਅ ਪੈਦਾ ਹੁੰਦਾ ਹੈ, ਤਿਵੇਂ ਤਿਵੇਂ ਭਗਤੀ ਕਰਨ ਨੂੰ ਜੀ ਕਰਦਾ ਹੈ। ਜਿਵੇਂ ਜਿਵੇਂ ਭਗਤੀ ਕਰੂਗਾ, ਤਿਵੇਂ ਤਿਵੇਂ ਦਾ ਫਲ ਨੂੰ ਪ੍ਰਾਪਤ ਹੋ। ਫਿਰ ਇੱਕ ਦਿਨ ਇਹੋ ਜਿਹਾ ਆ ਜਾਊਗਾ ਕਿ ਜਿਸ ਨਾਲੋਂ ਵਿਛੜ ਕੇ ਸੰਸਾਰ ਤੇ ਆਇਆ ਏ, ਅਕਾਲ ਪੁਰਖ ਵਾਹਿਗੁਰੂ ਰਾਮ ਅੱਲਾ ਖੁਦਾ ਨੂੰ ਨਾਲੋਂ ਉਹਦੇ ਨਾਲ ਦਾ ਮਿਲਾਪ ਹੋ ਜਾਊ। ਜਿੰਨਾ ਚਿਰ ਦਰਅਸਲ ਉਹਦੇ ਨਾਲ ਮਿਲਾਪ ਨਹੀਂ ਹੁੰਦਾ, ਸੱਚ ਜਾਣਿਓ, ਉਨਾਂ ਚਿਰੇ ਦੁੱਖ ਤਕਲੀਫਾਂ, ਕਾੜੇ ਸਾੜੇ, ਰੋਗ ਸੋਗ, ਫਿਕਰ ਚਿੰਤਾਵਾਂ ਸਾਡੇ ਤੇ ਬਣੀਆਂ ਰਹਿਣਗੀਆਂ। ਲੱਖ ਲੋਕ ਬਾਹਰੋਂ ਵਡਿਆਈ ਲੱਖ ਮਾਰੀ ਜਾਣ, ਮੇਰੀ ਲਿਵ ਜੁੜ ਗਈ, ਮੈਨੂੰ ਰਸ ਬਹੁਤ ਆਇਆ, ਸਭ ਫੋੜ ਦੀਆਂ ਗੱਲਾਂ। ਜਦੋਂ ਰਸ ਆਉਣ ਲੱਗਿਆ ਤਾਂ ਉਹ ਰਸ ਦੱਸਣਾ ਹੀ ਨਹੀਂ ਚਾਹੁੰਦਾ ਕਿਸੇ ਨੂੰ, ਆਪਣੇ ਆਪ ਵਿੱਚ ਮਸਤ ਹੈ। 1000 ਬੰਦੇ ਵਿੱਚ ਬੈਠਾ ਹੈ ਤਾਂ ਵੀ ਉਹ ਇਕੱਲਾ ਬੈਠਾ ਮਸਤ ਹੈ। 1000 ਵਿੱਚ ਬੰਦੇ ਬੈਠਾ ਹੋਇਆ ਹੈ, ਲੇਕਿਨ 1000 ਵੱਲ ਉਹਦੀ ਨਿਗਾਹ ਨਹੀਂ, ਉਹ ਆਪਣੇ ਆਪ 'ਚ ਇਕੱਲਾ ਹੀ ਮਸਤ ਬੈਠਾ ਹੋਇਆ। ਉਸ ਅਵਸਥਾ ਜਾ ਕੇ ਜਦੋਂ ਇਕੱਲਾ ਬੈਠਦਾ ਹੈ, ਉਦੋਂ ਰਸ ਆਉਣਾ ਸ਼ੁਰੂ ਹੁੰਦਾ ਹੈ। ਤੇ ਪਾਤਸ਼ਾਹ ਨੇ ਇਹ ਸਾਰਿਆਂ ਦਾ ਜਿਹੜਾ ਮੂਲ ਸੀ ਨਾ, ਉਹ ਆਪਾਂ ਅੱਜ ਵੀ ਜਪਜੀ ਸਾਹਿਬ ਦੀ ਪੌੜੀ ਪੜ੍ਹੀ, ਰੋਜ਼ ਪੜ੍ਹਦੇ ਹਾਂ। ਸੁਣੈ 8 ਛਠ ਕਾ ਇਸ਼ਨਾਨ, ਵੀ ਉਸ ਅਕਾਲ ਪੁਰਖ ਦਾ ਨਾਮ ਸੁਣ ਕੇ 68 ਤੀਰਥਾਂ ਦਾ ਘਰ ਬੈਠਿਆ ਇਸ਼ਨਾਨ ਹੋ ਜਾਂਦਾ। ਉਸ ਇਸ਼ਨਾਨ ਦਾ ਕੀ ਲਾਭ? ਕਿਹੋ ਜਿਹਾ ਇਸ਼ਨਾਨ ਹੈ ਉਹ? ਇਸ਼ਨਾਨ ਤਾਂ ਅਸੀਂ 2-3 ਵਾਰ ਰੋਜ਼ ਕਰਦੇ ਹਾਂ। ਉਹ ਕਿਹੋ ਜਿਹਾ ਇਸ਼ਨਾਨ? ਸੁਣਨ ਨੂੰ ਪਾਤਸ਼ਾਹ ਨੇ ਬਹੁਤ ਵੱਡੀ ਮਹਾਨਤਾ ਦਿੱਤੀ। ਇੱਕ ਤਾਂ ਪਾਤਸ਼ਾਹ ਨੇ ਕਿਹਾ, ਸੁਣ ਗੰਢਣ ਗੰਢੀਏ, ਲਿਖ ਪੜ੍ਹ ਬੂਝੇ ਭਾਰ। ਜਿੰਨਾ ਸੁਣ ਕੇ ਬੰਦੇ ਨੂੰ ਚਾਅ ਪੈਦਾ ਹੁੰਦਾ ਹੈ, ਜਿੰਨਾ ਸੁਣ ਕੇ ਬੰਦਾ ਰੱਬ ਦੇ ਮਾਰਗ ਤੇ ਚੱਲਦਾ ਹੈ, ਸੱਚ ਜਾਣਿਓ ਪੜ੍ਹ ਕੇ ਨਹੀਂ ਹੁੰਦਾ। ਇਹ ਪੜ੍ਹਿਆ ਕਰ ਨਹੀਂ ਹੁੰਦਾ। ਪੜ੍ਹਨਾ ਤੇ ਕੇਵਲ ਅਸੀਂ ਗਿਆਨ ਵਾਸਤੇ, ਕੁਝ ਸਾਨੂੰ ਸੋਝੀ ਆ ਜਾਵੇ। ਵੇਦਾਂ ਸ਼ਾਸਤਰਾਂ ਨੇ ਕੀ ਕਿਹਾ, ਵੇਦਾਂ ਕਹਿੰਦੇ ਕਿ ਧਾਰਮਿਕ ਗ੍ਰੰਥਾਂ ਨੇ ਕੀ ਕਿਹਾ, ਕੀ ਸਾਨੂੰ ਗਿਆਨ ਦਿੱਤਾ ਹੈ। ਪੜ੍ਹਨਾ ਤੇ ਇਸ ਕਰਕੇ, ਉਹ ਪੜ੍ਹਿਆ ਵੀ ਜੇਕਰ ਅਸੀਂ ਸੁਣਾਂਗੇ ਤਾਂ ਜੋ ਅਸੀਂ ਪੜ੍ਹਿਆ ਉਹ ਸਾਡੇ ਕੰਨ ਸੁਣਨਗੇ, ਕੰਨ ਸਾਡੇ ਮਨ ਤੱਕ ਪਹੁੰਚਾਉਣਗੇ, ਤੇ ਫਿਰ ਕੀ ਹੋਊਗਾ? ਪਾਤਸ਼ਾਹ ਨੇ ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ
ਤੀਰਥ ਮਲ ਨਹਾਓ। ਸੁਣਨਾ ਕੀ ਹੋਊਗਾ? ਪਾਤਸ਼ਾਹ ਕਹਿੰਦੇ ਸੁਣੂਗਾ ਤੇ ਮੰਨੂਗਾ, ਜੇ ਸੁਣੂ ਨਾ ਤੇ ਮੰਨੂਗਾ ਕੀ ਹੈ? ਜੇ ਸੁਣ ਹੀ ਨਾ ਸਕਿਆ, ਸੁਣ ਕੇ ਸਮਝ ਹੀ ਨਾ ਸਕਿਆ ਤੇ ਮੰਨੂਗਾ ਕੀ? ਮੰਨੂਗਾ ਤੇ ਤਾਂ, ਜੇ ਸੁਣੂਗਾ ਤਾਂ। ਤੇ ਹੁਣ ਤਿੰਨ ਅਵਸਥਾ ਨੇ ਪਿਆਰ: ਸੁਣਨਾ, ਮੰਨਣਾ ਤੇ ਤੀਜੀ ਅਵਸਥਾ ਉਹ ਪਰਮ ਆਨੰਦ ਹੈ ਜਿੱਥੋਂ ਤੱਕ ਜੀਵ ਨੇ ਪਹੁੰਚਣਾ ਹੈ। ਉਹ ਕੀ ਅਵਸਥਾ ਹੈ? ਸੁਣਿਆ, ਮੰਨਿਆ, ਮੰਨ ਲਿਆ। ਸੁਣਿਆ, ਮੰਨਿਆ, ਮੰਨਣ ਤੋਂ ਵੀ ਥੋੜੀ ਜਿਹੀ ਅੱਗੇ ਹੋਰ ਉੱਚੀ ਅਵਸਥਾ ਹੈ: ਸੁਣਿਆ, ਮੰਨਿਆ, ਮਨ ਕੀਤਾ ਭਾਉ। ਅੰਦਰ ਪ੍ਰੇਮ ਪੈਦਾ ਹੋ ਜਾਣਾ, ਪ੍ਰੇਮ ਪੈਦਾ ਹੋ ਜਾਣਾ। ਤੇ ਜਿੰਨਾ ਚਿਰ ਪ੍ਰੇਮ ਅੰਦਰ ਪੈਦਾ ਨਹੀਂ ਹੁੰਦਾ ਪਿਆਰਿਓ, ਸੱਚ ਜਾਣਿਓ ਬੰਦਾ ਵਾਹਿਗੁਰੂ ਵਾਹਿਗੁਰੂ ਤੇ ਮੂੰਹ ਤੋਂ ਜਿੰਨੀ ਵਾਰ ਮਰਜ਼ੀ ਕਰੀ ਜਾਵੇ, ਰਾਮ ਰਾਮ, ਖੁਦਾ ਖੁਦਾ, ਅੱਲਾ ਅੱਲਾ, ਜੋ ਮਰਜ਼ੀ ਮੂੰਹ ਤੋਂ ਕਹੀ ਜਾਵੇ, ਉਹ ਸਿਰਫ ਸਾਡੀ ਜ਼ਬਾਨ ਤੱਕ ਹੀ ਰਹਿਣਾ, ਉਹ 'ਚ ਪਿਆਰ ਪੈਦਾ ਨਹੀਂ ਹੋਣਾ। ਪਾਤਸ਼ਾਹ ਕਹਿੰਦੇ ਜੇ ਮੰਨਣ ਵਾਲਾ ਗੁਣ ਨਹੀਂ ਨਾ ਆਇਆ ਤੇ ਬਿਨ ਗੁਣ ਕੀਤੇ ਭਗਤ ਨਾ ਹੋਏ। ਜੇ ਸੁਣਨ ਵਾਲਾ ਗੁਣ ਸਾਡੇ ਅੰਦਰ ਧਾਰਨ ਨਾ ਹੋ ਸਕਿਆ ਤੇ ਸੱਚ ਜਾਣਿਓ ਕਦੇ ਮੰਨ ਨਹੀਂ ਸਕਾਂਗੇ, ਤੇ ਮੰਨ ਨਹੀਂ ਸਕਾਂਗੇ ਤੇ ਸਾਡੇ ਅੰਦਰ ਪਿਆਰ ਨਹੀਂ ਪੈਦਾ ਹੋ ਸਕੂਗਾ। ਫਿਰ ਪਿਆਰ ਦੀ ਅਵਸਥਾ ਨੂੰ ਕੌਣ ਬਿਆਨ ਕਰ ਸਕਦਾ? ਪ੍ਰੇਮ ਦੀ ਅਵਸਥਾ ਨੂੰ ਕੌਣ ਬਿਆਨ ਕਰ ਸਕਦਾ ਹੈ? ਕੋਈ ਨਹੀਂ ਬਿਆਨ ਕਰ ਸਕਦਾ ਪ੍ਰੇਮ ਦੀ ਅਵਸਥਾ ਨੂੰ, ਕਿ ਕਿਸ ਜੀਵ ਦੇ ਅੰਦਰ ਕਿੰਨਾ ਕੁ ਵੱਡਾ ਆਪਣੇ ਮਾਲਕ ਦੇ ਪ੍ਰਤੀ ਪਿਆਰ ਹੈ। ਦੋ ਉਦਾਹਰਨ ਦੇਵਾਂ। ਗੁਰੂ ਅੰਗਦ ਸਾਹਿਬ ਜੀ ਦਾ ਨਾਮ ਪਹਿਲਾ ਸੀ ਭਾਈ ਲਹਿਣਾ। ਭਾਈ ਲਹਿਣੇ ਨੇ ਇੱਕ ਸ਼ਬਦ ਸੁਣਿਆ, ਸੁਣ ਕੇ ਉਹਨੂੰ ਮੰਨਣ ਦਾ ਯਤਨ ਕੀਤਾ। ਜਿੱਦਣ ਮੰਨਿਆ ਗਿਆ, ਏਡਾ ਵੱਡਾ ਪ੍ਰੇਮ ਪੈਦਾ ਹੋ ਗਿਆ। ਉਸ ਪ੍ਰੇਮ ਦੇ ਸਦਕਾ ਹੀ ਗੁਰੂ ਨਾਨਕ ਦਾ ਦੂਜਾ ਰੂਪ ਹੋ ਗਿਆ। ਜਿੱਥੇ ਭਾਈ ਲਹਿਣਾ ਜਾਂ ਓਏ ਲਹਿਣਾ ਲੋਕ ਕਹਿੰਦੇ ਸੀਗੇ, ਅੱਜ ਓਏ ਲਹਿਣਾ, ਭਾਈ ਲਹਿਣਾ, ਲਹਿਣਿਆਂ, ਇਹ ਜਿਹੜੇ ਛੋਟੇ ਸ਼ਬਦ ਸੀ ਖਤਮ ਹੋ ਗਏ। ਅੱਜ ਉਹ ਪ੍ਰੇਮ ਦੇ ਨਾਲ ਕੀ ਮਿਲਿਆ? ਅੱਜ ਗੁਰੂ ਪਦਵੀ ਮਿਲ ਗਈ। ਗੁਰੂ ਨਾਨਕ ਸਾਹਿਬ ਦਾ ਰੂਪ ਦੂਜਾ ਹੋ ਗਏ। ਸਾਰਾ ਸੰਸਾਰ ਚਰਨਾਂ ਤੇ ਢਹਿਣ ਲੱਗ ਗਿਆ। ਇਹ ਕਿਸ ਚੀਜ਼ ਦੀ ਬਰਕਤ ਪਿਆਰਿਓ? ਸੁਣਨ ਦੀ ਬਰਕਤ ਹੈ ਨਾ। ਇੱਕ ਸ਼ਬਦ ਸੁਣਿਆ, ਉਸ ਨੂੰ ਮੰਨਿਆ, ਮੰਨਣ ਦੇ ਨਾਲ ਪ੍ਰੇਮ ਪੈਦਾ ਹੋਇਆ, ਸਾਰਾ ਸੰਸਾਰ ਚਰਨਾਂ ਤੇ ਝੁਕ ਗਿਆ। ਐਡੀ ਵੱਡੀ ਸ਼ਕਤੀ ਸੁਣਨ ਵਿੱਚ। ਦੂਜਾ ਉਦਾਹਰਨ ਲੈ ਲਓ, ਅਮਰਦਾਸ। ਇਸੇ ਗੁਰੂ ਅੰਗਦ ਸਾਹਿਬ ਜੀ ਦੇ ਕੁੜਮ ਕੁੜਮਾਚਾਰੀ ਨੂੰ ਤਿਆਗ ਕੇ, ਰਿਸ਼ਤੇਦਾਰੀ ਨਾਤਿਆਂ ਨੂੰ ਤਿਆਗ ਕੇ
ਜਦੋਂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਸੁਣਿਆ, ਉਦੋਂ ਹੀ ਮਨ ਵਿੱਚ ਤੜਪ ਹੋ ਗਈ, ਤੜਪ ਪੈਦਾ ਹੋ ਗਈ। ਕਿ ਮੇਰਾ ਜੀਵਨ ਸਾਰਾ ਵਿਅਰਥ ਜਾ ਰਿਹਾ। ਇੱਕ ਗੁਰਮੁਖ ਪੰਡਤ ਜੀ ਨੇ ਵੀ ਇੱਕ ਘਲੂਣਾ ਦਿੱਤਾ ਸੀਗਾ, ਉਦੋਂ ਵੀ ਸੁਣਿਆ ਸੀ, ਉਦੋਂ ਵੀ ਸੁਣਿਆ ਸੀ। ਅਮਰਦਾਸ ਜੀ ਨੇ, ਉਹ ਬੜੇ ਸਿਆਣੇ ਪੰਡਤ ਜੀ ਸਨ, ਸੂਝਵਾਨ ਸਨ, ਰੱਬ ਦੇ ਪਿਆਰੇ ਸਨ। ਰੱਬ ਦੇ ਪਿਆਰੇ ਉਹ ਹੁੰਦੇ ਪਿਆਰੇ ਜਿਹਦੇ ਵਿੱਚ ਜਾਤ ਵਿਤਕਰਾ ਨਾ ਹੋਵੇ। ਰੱਬ ਦੇ ਪਿਆਰੇ ਉਹ ਹੁੰਦੇ ਜਿਹਦੇ ਵਿੱਚ ਜਾਤ ਵਿਤਕਰਾ ਨਾ ਹੋਵੇ। ਕਾਲਾ ਗੋਰਾ ਰੰਗ ਦੀ ਪਰਖ ਕਰਨ ਵਾਲਾ ਨਾ ਹੋਵੇ, ਗਰੀਬ ਅਮੀਰ ਦੇਖਣ ਵਾਲਾ ਨਾ ਹੋਵੇ। ਇਹ ਕੁਝ ਕੁ ਨਿਸ਼ਾਨੀਆਂ ਨੇ ਰੱਬ ਦੇ ਪਿਆਰੇ ਦੀਆਂ। ਨਿਝੱਕ ਹੋ ਕੇ, ਬੇਡਰ ਹੋ ਕੇ ਉਸ ਭਲੇ ਪੁਰਸ਼ ਪੰਡਤ ਜੀ ਨੇ ਕਹਿਤੀ ਇਹ ਗੱਲ ਅਮਰਦਾਸ ਨੂੰ। ਕਹਿੰਦੇ ਤੂੰ ਅਜੇ ਨਗੁਰਾ ਫਿਰ ਰਿਹਾ ਹੈ, ਚੋਟ ਬਾਰੀ ਸ਼ਬਦ ਦੀ ਅਜੇ ਨਗੁਰਾ ਫਿਰ ਰਿਹਾ ਹੈ। ਮੈਂ ਤੇ ਤੇਰੇ ਨਾਲ ਥੋੜਾ ਸਮਾਂ ਬਤੀਤ ਕੀਤਾ ਹੈ। ਨੁਗਰੇ ਦੇ ਤੇ ਦਰਸ਼ਨ ਵੀ ਕਰਨੇ ਮਾੜੇ ਨੇ। ਜਿਹੜਾ ਗੁਰੂ ਵਾਲਾ ਨਹੀਂ, ਉਹਦੇ ਤੇ ਦਰਸ਼ਨ ਕਰਦੇ ਵੀ ਮਾੜੇ। ਮੈਂ ਤੇ ਤੇਰੇ ਨਾਲ ਥੋੜਾ ਸਮਾਂ ਬਤੀਤ ਕੀਤਾ ਹੈ। ਮੇਰਾ ਕੀਤਾ ਹੋਇਆ ਸਮਾਂ ਬਤੀਤ ਜਿਹੜਾ ਤੇਰੇ ਨਾਲ ਹੋਇਆ, ਇਹ ਵਿਅਰਥ ਚਲੇ ਗਿਆ। ਮਨ ਨੂੰ ਚੋਟ ਲੱਗੀ ਉਦੋਂ। ਫਿਰ ਆਪਣੇ ਹੀ ਬੱਚੀ ਨਹੁੰ ਗੁਰੂ ਅੰਗਦ ਸਾਹਿਬ ਜੀ ਦੀ ਲੜਕੀ, ਉਹਨਾਂ ਤੋਂ ਜਦੋਂ ਇੱਕ ਸ਼ਬਦ ਸੁਣਿਆ, ਉਹ ਸ਼ਬਦ ਨੇ ਜਿਹੜਾ ਰਹਿੰਦਾ ਖੂੰਦਾ ਅੰਦਰ ਕੂੜਾ ਕਰਕਟ ਸੀ ਨਾ, ਉਹ ਪਾਸੇ ਕਰਤਾ। ਇੱਕ ਇਹੋ ਜਿਹਾ ਲੂਣਾ ਆਇਆ, ਇੱਕ ਇਹੋ ਜਿਹਾ ਹਲਾਰਾ ਆਇਆ। ਕਹਿੰਦਾ ਹੁਣ ਇਸ ਪ੍ਰੇਮ ਨੂੰ ਲੱਭਣਾ ਹੈ, ਹੁਣ ਇਸ ਪ੍ਰੇਮ ਨੂੰ ਲੱਭਣਾ ਹੈ, ਗੁਰੂ ਨੂੰ ਮਿਲਣਾ ਹੈ। ਫਿਰ ਮੁੰਡੇ ਵਾਲੇ ਆਪਣੇ ਆਪ ਨੂੰ ਬਹੁਤ ਉੱਚਾ ਪਾਉਂਦੇ ਸੰਸਾਰ ਵਿੱਚ, ਲੜਕੀ ਵਾਲੇ ਨੂੰ ਛੋਟਾ ਸਮਝਦੇ। ਉਦੋਂ ਵੀ ਸੀ, ਅੱਜ ਵੀ ਹੈ। ਪਰ ਅਮਰਦਾਸ ਸਾਹਿਬ ਨੇ ਵਡੱਪਣ ਨਹੀਂ, ਪਹਿਲਾਂ ਸਭ ਤੋਂ ਪਹਿਲਾਂ ਵਡੱਪਣ ਤੇ ਆ ਗਿਆ ਬਈ ਮੈਂ ਮੁੰਡੇ ਵਾਲਾ। ਇਹ ਸਭ ਤੋਂ ਪਹਿਲਾਂ ਵੱਡਾ ਹੰਕਾਰ ਛੱਡਿਆ। ਇਹ ਹੰਕਾਰ ਛੱਡਿਆ ਤਾਂ ਹੀ ਤੀਜਾ ਗੁਰੂ ਬਣਿਆ। ਗੁਰੂ ਨਾਨਕ ਦੇਵ ਦੀ ਜੋਤ ਤਾਂ ਹੀ ਉਹਦੇ ਵਿੱਚ ਅੰਦਰ ਪ੍ਰਵੇਸ਼ ਹੋਈ। ਉਹਦਾ ਨਹੀਂ ਹੋ ਸਕਦੀ ਪਿਆਰੇ, ਲੱਖ ਯਤਨ ਕਰੇ ਬੰਦਾ। ਗੱਲ ਆਪਾਂ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਮੈਲ ਦੀ ਗੱਲ ਕਰ ਰਹੇ ਹਾਂ, ਵੀ ਇਹ ਮੈਲ ਕਿਵੇਂ ਉਤਰਦੀ। ਤੇ ਚਿਰਾਂ ਤੋਂ ਇੱਕ ਵਿਚਾਰ ਚੱਲਦੀ ਆ ਰਹੀ ਆ ਵੀ ਤੀਰਥਾਂ ਦੀ ਚੱਲਦੀ ਸੀ ਵਿਚਾਰ ਪਹਿਲਾਂ, ਵੀ ਤੀਰਥਾਂ ਤੇ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ, ਪਾਪ ਝੜਦੇ ਨੇ। ਭਗਤੀ ਭਾਵ ਪੈਦਾ ਹੁੰਦਾ ਹੈ, ਸੇਵਾ ਸੰਬੰਧ ਪੈਦਾ ਹੁੰਦਾ ਹੈ, ਭਲਾਈ ਪੈਦਾ ਹੁੰਦੀ, ਪਰਉਪਕਾਰ ਨੂੰ ਜੀ ਕਰਦਾ ਹੈ। ਤਾਂ ਇਹਨਾਂ ਗੁਣਾਂ ਦੇ ਨਾਲ ਫਿਰ ਮਨ ਦੀ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਮੈਲ ਉਤਰਦੀ। ਜਿਉਂ ਹੀ ਮੈਲ ਉਤਰਦੀ ਹੈ ਤਿਉਂ ਹੀ ਪਿਆਰ ਪੈਦਾ ਹੋਣਾ ਸ਼ੁਰੂ ਹੁੰਦਾ ਹੈ। ਪਿਆਰ ਜਿਵੇਂ ਜਿਵੇਂ ਮੈਲ ਉਤਰਦੀ ਹੈ ਤਿਵੇਂ ਤਿਵੇਂ ਪਿਆਰ ਪ੍ਰੇਮ ਪੈਦਾ ਹੋਣਾ ਸ਼ੁਰੂ ਹੁੰਦਾ ਹੈ। ਉਸ ਪ੍ਰੇਮ ਦੀ ਅਵਸਥਾ ਨੂੰ ਕੋਈ ਕਹਿ ਨਹੀਂ ਸਕਦਾ। ਉਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ 10ਵੇਂ ਪਾਤਸ਼ਾਹ ਨੇ
ਸਾਬ ਲਫ਼ਜ਼ਾਂ ਸਾਰੇ ਸੰਸਾਰ ਨੂੰ ਕਹਿਤਾ, ਇੱਕ ਅੱਧੇ ਨੂੰ ਨਹੀਂ, ਸਾਰੇ ਸੰਸਾਰ ਨੂੰ ਕਹਿਤਾ। ਕਹਿੰਦੇ ਸਾਚ ਕਹੂੰ ਸੁਣ ਲੋ ਸਭੈ, ਕਹਿੰਦੇ ਸੰਸਾਰ ਦੇ ਲੋਕੋ ਇੱਕ ਗੱਲ ਸੱਚੀ ਤੁਹਾਨੂੰ ਕਹਿਣ ਲੱਗਾ, ਅੱਜ ਤੱਕ ਜਿਹੜੀ ਕਿਸੇ ਨੇ ਤੁਹਾਨੂੰ ਦੱਸੀ ਨਹੀਂ। ਅੱਜ ਤੱਕ ਕਿਸੇ ਅਵਤਾਰ ਪੀਰ ਪੈਗੰਬਰ ਨੇ ਤੁਹਾਨੂੰ ਇਹ ਗੱਲ ਨਹੀਂ ਦੱਸੀ ਜਿਹੜੀ ਮੈਂ ਗੱਲ ਦੱਸਣ ਲੱਗਾ, ਤੇ ਹੈ ਬਿਲਕੁਲ 100% ਸੱਚ। ਉਹ ਕਿਹੜੀ? ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਦੇ ਅੰਦਰ ਪ੍ਰੇਮ ਪੈਦਾ ਹੋਇਆ, ਉਸ ਪ੍ਰੇਮ ਦੇ ਸਦਕਾ ਹੀ ਪਰਮੇਸ਼ਰ ਉਹਨੂੰ ਆਣ ਕੇ ਮਿਲਿਆ। ਹੁਣ ਬਹੁਤ ਉਦਾਹਰਨਾਂ ਨੇ ਵੀ ਕਿਹਨੂੰ ਕਿਹਨੂੰ ਪ੍ਰੇਮ ਦੇ ਨਾਲ ਪ੍ਰਾਪਤ ਹੋਇਆ। ਇੱਕ ਨਹੀਂ, ਹਜ਼ਾਰਾਂ ਪ੍ਰਮਾਣ ਤੁਹਾਨੂੰ ਮਿਲਣਗੇ ਸੰਸਾਰ ਵਿੱਚ। ਤੇ ਸਮਾਂ ਹੋ ਗਿਆ, ਆਪਾਂ ਜ਼ਿਆਦਾ ਵਿਸਤਾਰ 'ਚ ਨਹੀਂ ਜਾ ਸਕਦੇ। ਹੁਣ ਪਾਤਸ਼ਾਹ ਕਿਰਪਾ ਕਰੇ, ਇੱਕ ਤੇ ਸੁਣਨਾ ਸਾਨੂੰ ਆ ਜਾਵੇ, ਮੰਨਣਾ ਆ ਜਾਵੇ। ਜਿੱਦਣ ਸੁਣਨਾ ਆ ਗਿਆ, ਮੰਨਣਾ ਆ ਗਿਆ, ਸੱਚ ਜਾਣੋ ਪਿਆਰ ਵੀ ਆਪਣੇ ਆਪ ਹੀ ਆ ਜੂ, ਪ੍ਰੇਮ ਵੀ ਆਪਣੇ ਆਪ ਆ ਜੂ। ਜਿੱਦਣ ਪ੍ਰੇਮ ਦੇ ਨਾਲ ਭਰ ਜਾਵਾਂਗੇ, ਉਦਣ ਉਹ ਸਮਾਂ ਦੂਰ ਨਹੀਂ ਜਦੋਂ 84 ਲੱਖ ਗੇੜਾ ਨਾ ਕੱਟਿਆ ਜਾਵੇ। ਇਹ ਕਦੇ ਹੋ ਨਹੀਂ ਸਕਦਾ। ਔਰ ਤਾਂ ਜਾ ਕੇ ਇਹਨਾਂ ਦੁੱਖਾਂ ਕਲੇਸ਼ਾਂ ਕਾੜਿਆਂ ਸਾੜਿਆਂ ਰੋਗਾਂ ਸ਼ੋਕਾਂ ਤੋਂ ਬਚਾਂਗੇ, ਜਮਾਂ ਦੀ ਮਾਰ ਤੋਂ ਬਚਾਂਗੇ, ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਜੂਨੀਆਂ ਤੋਂ ਬਚਾਂਗੇ। ਇੰਨੇ ਕੁ ਵਿਚਾਰ ਪ੍ਰਵਾਨ ਕਰਨੇ। ਕੱਲ੍ਹ ਨੂੰ ਜੋ ਆਪਣੇ ਤੇ ਪਾਤਸ਼ਾਹ ਕਿਰਪਾ ਕਰਨਗੇ, ਉਹ ਜੇ ਆਪਾਂ ਕੱਲ੍ਹ ਨੂੰ ਵਿਚਾਰ ਕਰ ਦੇਵਾਂਗੇ। ਆਓ ਹੁਣ ਆਪਾਂ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।